ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਦੇ ਉੱਪਰ। ਇਮੀਗ੍ਰੇਸ਼ਨ ਮੰਤਰੀ ਦਾ ਰਿਫਿਊਜੀਆਂ ਦੇ ਲਈ ਐਲਾਨ, ਇਸ ਸਾਲ 36,000 ਨੂੰ ਦਿੱਤਾ ਜਾਵੇਗਾ ਮੌਕਾ। ਟਰੂਡੋ ਨੇ ਬਾਰਡਰ ਖੋਲ੍ਹਣ ਦੇ ਬਾਰੇ ਕੀਤਾ ਐਲਾਨ, ਹੁਣ ਅਮਰੀਕਾ ਤੋਂ ਯਾਤਰੀ ਆ ਸਕਣਗੇ ਕੈਨੇਡਾ ਦੇ ਹਾਈ ਕਮਿਸ਼ਨ ਨੇ ਸਾਂਝੀ ਕੀਤੀ ਜਾਣਕਾਰੀ, ਪਾਸਪੋਰਟ ਜਮ੍ਹਾਂ ਕਰਾਉਣ ਦੇ ਬਾਰੇ ਕੀਤਾ ਟਵੀਟ। ਪੰਜਾਬੀ ਦੀ ਨਿਕਲੀ ਲਾਟਰੀ, ਮਿਲੇ $1 ਮਿਲੀਅਨ। ਟੋਰਾਂਟੋ ਦੇ ਵਿੱਚ $10 ਮਿਲੀਅਨ ਦਾ ਨਸ਼ਾ ਬਰਾਮਦ, ਪੰਜਾਬੀ ਦੀ ਪੁਲਿਸ ਕਰ ਰਹੀ ਹੈ ਭਾਲ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਕੈਨੇਡਾ ਵੱਲੋਂ 36,000 ਦੇ ਕਰੀਬ ਰਿਫਿਊਜੀਆਂ ਨੂੰ ਪੱਕਾ ਕੀਤਾ ਜਾਵੇਗਾ। ਇਸ ਦੇ ਵਿੱਚ ਪੱਤਰਕਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜੋ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਕੈਨੇਡਾ ਵੱਲੋਂ ਹੁਣ ਹਿਊਮਨ ਰਾਈਟ ਡਿਫੈਂਡਰ, ਜਿਨ੍ਹਾਂ ਦੇ ਵਿੱਚ ਜਰਨਲਿਸਟ ਵੀ ਸ਼ਾਮਿਲ ਹਨ, ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਦੱਸ ਦਈਏ ਕਿ ਇਹਨਾਂ ਦਾ ਸਵਾਗਤ ਕੈਨੇਡਾ ਦੇ ਵਿੱਚ ਰਿਫਿਊਜੀ ਦੇ ਤੌਰ ਦੇ ਉੱਪਰ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਇਸ ਦੇ ਨਾਲ ਸੰਬੰਧਿਤ ਉਹਨਾਂ ਵੱਲੋਂ ਸਟ੍ਰੀਮ ਲੈ ਕੇ ਆਂਦਾ ਜਾ ਰਿਹਾ ਹੈ। UN ਰਿਫਿਊਜੀ ਏਜੰਸੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਰ ਸਾਲ ਉਹਨਾਂ ਵੱਲੋਂ 250 ਲੋਕਾਂ ਨੂੰ ਅਕੋਮੋਡੇਟ ਕੀਤਾ ਜਾਵੇਗਾ। ਇਸ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ, ਜਿਨ੍ਹਾਂ ਨੂੰ ਵੱਧ ਖਤਰਾ ਹੈ, ਜਿਵੇਂ ਕਿ ਔਰਤਾਂ, ਜਰਨਲਿਸਟ ਅਤੇ LGBTQ ਰਾਈਟਸ ਐਡਵੋਕੇਟ, ਇਹਨਾਂ ਸਭ ਨੂੰ ਅਕੋਮੋਡੇਟ ਕੀਤਾ ਜਾਵੇਗਾ। ਜਾਣਕਾਰੀ ਵਾਸਤੇ ਦੱਸ ਦਈਏ ਕਿ ਕੈਨੇਡਾ ਵੱਲੋਂ ਇਹ ਟੀਚਾ ਰੱਖਿਆ ਗਿਆ ਹੈ ਕਿ ਉਹਨਾਂ ਵੱਲੋਂ ਸਾਲ ਦੇ ਦੌਰਾਨ 36,000 ਦੇ ਕਰੀਬ ਰਿਫਿਊਜੀਆਂ ਨੂੰ ਰੀਸੈਟਲ ਕੀਤਾ ਜਾਵੇਗਾ। ਇਹ ਗਿਣਤੀ 2020 ਦੇ ਮੁਕਾਬਲੇ 4 ਗੁਣਾ ਵੱਧ ਹੈ, ਕਿਉਂਕਿ 2020 ਦੇ ਦੌਰਾਨ ਕੈਨੇਡਾ ਵੱਲੋਂ 9,200 ਰਿਫਿਊਜੀਆਂ ਨੂੰ ਰੀਸੈਟਲ ਕੀਤਾ ਗਿਆ ਸੀ। ਇਸ ਸੰਬੰਧੀ ਕੈਨੇਡਾ ਦਾ ਇੱਕ ਹੋਰ ਅੰਕੜਾ ਸਾਹਮਣੇ ਆਇਆ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਅਪ੍ਰੈਲ ਮਹੀਨੇ ਦੇ ਆਖਿਰ ਦੌਰਾਨ 1,630 ਰਿਫਿਊਜੀ ਕੈਨੇਡਾ ਦੇ ਵਿੱਚ ਰੀਸੈਟਲ ਹੋਏ ਨੇ। ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਰੋਨਾ ਕਾਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਸ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਸੰਬੰਧਿਤ ਕੈਨੇਡਾ ਵੱਲੋਂ ਪਿਛਲੇ ਮਹੀਨੇ ਇੱਕ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਵੱਲੋਂ ਹੁਣ 45,000 ਰਿਫਿਊਜੀਆਂ ਦਾ ਸਵਾਗਤ ਕੀਤਾ ਜਾਵੇਗਾ, ਜੋ ਕਿ ਪਹਿਲਾਂ ਗਿਣਤੀ 23,500 ਸੀ। ਕੈਨੇਡਾ ਅਮਰੀਕਾ ਬਾਰਡਰ ਕਦੋਂ ਖੁੱਲੇਗਾ, ਇਸ ਦੇ ਨਾਲ ਸੰਬੰਧਿਤ ਲਗਾਤਾਰ ਸਵਾਲ ਪੁੱਛੇ ਜਾ ਰਹੇ ਸਨ, ਪਰ ਹੁਣ ਇਸ ਦਾ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਅਮਰੀਕਨਸ ਦੇ ਵੱਲੋਂ ਕੋਵਿਡ-19 ਵੈਕਸੀਨ ਦੇ 2 ਡੋਜ਼ ਹਾਸਲ ਕੀਤੇ ਹੋਣਗੇ, ਮਤਲਬ ਜਿਹੜੇ ਫੁੱਲੀ ਵੈਕਸੀਨੇਟਡ ਅਮਰੀਕਨਸ ਨੇ, ਉਹ ਗੈਰ ਜ਼ਰੂਰੀ ਯਾਤਰਾ ਦੇ ਵਾਸਤੇ ਕੈਨੇਡਾ ਦੇ ਵਿੱਚ ਦਾਖਲ ਹੋ ਸਕਣਗੇ। ਇਹ ਇਜਾਜ਼ਤ ਅਮਰੀਕਨਸ ਨੂੰ ਜੋ ਅਗਸਤ ਮਹੀਨਾ ਹੈ ਉਸਦੇ ਆਖਿਰ ਜਾਂ ਫਿਰ ਸਤੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਦਿੱਤੀ ਜਾਵੇਗੀ। ਕੈਨੇਡਾ ਅਮਰੀਕਾ ਬਾਰਡਰ ਖੋਲ੍ਹਣ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਹੈ ਕਿ ਅਗਸਤ ਮਹੀਨੇ ਜਾਂ ਫਿਰ ਸਤੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਫੁੱਲੀ ਵੈਕਸੀਨੇਟਡ ਅਮਰੀਕਨਸ ਦੇ ਵਾਸਤੇ ਨਾਨ ਐਸੈਂਸ਼ੀਅਲ ਟਰੈਵਲ ਦੀ ਬਾਰਡਰ ਦੇ ਰਾਹੀਂ ਇਜਾਜ਼ਤ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਦੋਹਾਂ ਦੇਸ਼ਾਂ ਦੇ ਵਿੱਚ ਵੈਕਸੀਨੇਸ਼ਨ ਰੇਟ ਇਸੇ ਤਰ੍ਹਾਂ ਰਿਹਾ ਤੇ ਫਿਰ ਉਹਨਾਂ ਵੱਲੋਂ ਅਜਿਹਾ ਕਦਮ ਚੁੱਕਿਆ ਜਾਵੇਗਾ, ਜਿਸ ਦਾ ਮਤਲਬ ਹੈ ਕਿ ਸਤੰਬਰ ਮਹੀਨੇ ਦੀ ਸ਼ੁਰੂਆਤ ਜਾਂ ਫਿਰ ਅਗਸਤ ਮਹੀਨੇ ਦੇ ਆਖਿਰ ਦੇ ਵਿੱਚ ਨਾਨ ਐਸੈਂਸ਼ੀਅਲ ਟਰੈਵਲ ਦੀ ਫੁੱਲੀ ਵੈਕਸੀਨੇਟਡ ਅਮਰੀਕਨਸ ਨੂੰ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਗਲੇ ਹਫ਼ਤੇ ਦੇ ਦੌਰਾਨ ਬਾਰਡਰ ਨੂੰ ਖੋਲ੍ਹਣ ਸੰਬੰਧੀ ਯੋਜਨਾ ਲਿਆਂਦੀ ਜਾਵੇਗੀ। ਦੱਸ ਦਈਏ ਕਿ ਮਾਰਚ 2020 ਤੋਂ ਹੀ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਕੈਨੇਡਾ ਅਮਰੀਕਾ ਬਾਰਡਰ ਨੂੰ ਬੰਦ ਕੀਤਾ ਗਿਆ। ਹਰ ਮਹੀਨੇ ਬਾਰਡਰ ਸੰਬੰਧੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਹੈ ਕਿ ਇਸ ਰੋਕ ਨੂੰ ਅੱਗੇ ਵਧਾਇਆ ਜਾਣਾ ਹੈ ਜਾਂ ਫਿਰ ਇਸ ਦੇ ਵਿੱਚ ਕੁਝ ਬਦਲਾਵ ਕੀਤੇ ਜਾਣੇ ਹਨ। ਦੱਸ ਦਈਏ ਕਿ ਲਗਾਤਾਰ ਇਸ ਰੋਕ ਨੂੰ ਅੱਗੇ ਵਧਾਇਆ ਜਾ ਰਿਹਾ ਸੀ। ਮੌਜੂਦਾ ਸਮੇਂ ਇਹ ਰੋਕ ਜੁਲਾਈ 21 ਤੱਕ ਜਾਰੀ ਰਹਿਣ ਵਾਲੀ ਹੈ, ਪਰ ਉਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਾਰਡਰ ਸੰਬੰਧੀ ਵੱਡਾ ਬਿਆਨ ਸਾਹਮਣੇ ਆਇਆ। ਲਗਾਤਾਰ ਕੈਨੇਡੀਅਨਸ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਨੂੰ ਹੁਣ ਲੰਬੇ ਸਮੇਂ ਤੋਂ ਬੰਦ ਪਿਆ ਬਾਰਡਰ ਖੋਲ੍ਹ ਦੇਣਾ ਚਾਹੀਦਾ ਹੈ। ਜੁਲਾਈ 5 ਤੋਂ ਕੈਨੇਡਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਿਹੜੇ ਫੁੱਲੀ ਵੈਕਸੀਨੇਟਡ ਯਾਤਰੀ ਕੈਨੇਡਾ ਦੇ ਵਿੱਚ ਦਾਖਲ ਹੋਣਗੇ, ਉਹਨਾਂ ਨੂੰ ਕੁਆਰੰਟੀਨ ਦੀ ਜ਼ਰੂਰਤ ਨਹੀਂ ਹੋਵੇਗੀ। ਤੇ ਹੁਣ ਅਗਲਾ ਐਲਾਨ ਸਰਕਾਰ ਵੱਲੋਂ ਬਾਰਡਰ ਸੰਬੰਧੀ ਕੀਤਾ ਗਿਆ ਹੈ। ਇਸ ਦੇ ਬਾਰੇ ਸਪਸ਼ਟ ਯੋਜਨਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਸਾਂਝੀ ਕੀਤੀ ਜਾਵੇਗੀ। ਨਾਲ ਹੀ ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਮੌਜੂਦਾ ਸਮੇਂ ਕੈਨੇਡਾ ਦੇ ਵਿੱਚ 80% ਤੋਂ ਵੱਧ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਸ਼ਾਟ ਅਤੇ 50% ਤੋਂ ਵੱਧ ਆਬਾਦੀ ਨੂੰ 2 ਡੋਜ਼ ਲੱਗ ਚੁੱਕੀਆਂ ਨੇ।
ਉਧਰ ਅਮਰੀਕਾ ਦੇ ਵਿੱਚ 65% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 56.5% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ 2 ਡੋਜ਼ ਲੱਗ ਚੁੱਕੇ ਹਨ। ਦੱਸਣਯੋਗ ਹੈ ਕਿ ਬਾਰਡਰ ਖੋਲ੍ਹਣ ਸੰਬੰਧੀ ਇੱਕ ਪੋਲ ਵੀ ਕਰਵਾਇਆ ਗਿਆ ਸੀ, ਜਿਸ ਦੇ ਵਿੱਚ ਵੱਡੀ ਗਿਣਤੀ ਕੈਨੇਡੀਅਨਸ ਨੇ ਕਿਹਾ ਕਿ ਬਾਰਡਰ ਦੇ ਰਾਹੀਂ ਅਮਰੀਕਨਸ ਦਾ ਸਵਾਗਤ ਕਰਨ ਤੋਂ ਪਹਿਲਾਂ 75% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ 2 ਸ਼ਾਟ ਲੱਗੇ ਹੋਣੇ ਚਾਹੀਦੇ ਨੇ। ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਪਾਸਪੋਰਟ ਜਮ੍ਹਾਂ ਕਰਾਉਣ ਸੰਬੰਧੀ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਪਾਸਪੋਰਟ ਸਬਮਿਸ਼ਨ ਦੇ ਨਾਲ ਜੁੜੇ ਹੋਏ ਵੈਬ ਫਾਰਮ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ, ਜੋ ਕਿ ਜੁਲਾਈ 19 ਤੋਂ ਕੀਤਾ ਜਾਵੇਗਾ। ਇੱਕ ਹੋਰ ਟਵੀਟ ਹਾਈ ਕਮਿਸ਼ਨ ਵੱਲੋਂ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪਾਸਪੋਰਟ ਹਾਈ ਕਮਿਸ਼ਨ ਨੂੰ ਸਿੱਧੇ ਨਾ ਭੇਜੇ ਜਾਣ। ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਜਾਣਕਾਰੀ ਉਹਨਾਂ ਵੱਲੋਂ ਵੀਜ਼ਾ ਐਪਲੀਕੈਂਟਸ ਦੇ ਲਈ ਸਾਂਝੀ ਕੀਤੀ ਗਈ। ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਟਵਿੱਟਰ ਦੇ ਉੱਪਰ ਟਵੀਟ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਰੇ ਪਾਸਪੋਰਟ ਰਿਕੁਐਸਟ ਲੈਟਰ ਹੋਲਡਰਸ ਦੇ ਵਾਸਤੇ ਪਾਸਪੋਰਟ ਸਬਮਿਸ਼ਨ ਵੈਬ ਫਾਰਮ ਆਨਲਾਈਨ ਹੋ ਰਿਹਾ ਹੈ। ਇਸ ਦੀ ਸ਼ੁਰੂਆਤ ਜੁਲਾਈ 19 ਤੋਂ ਹੋਣ ਜਾ ਰਹੀ ਹੈ। ਇਸ ਦੀ ਜਾਣਕਾਰੀ ਵੀ ਹਾਈ ਕਮਿਸ਼ਨ ਵੱਲੋਂ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹਾਈ ਕਮਿਸ਼ਨ ਵੱਲੋਂ ਇੱਕ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਐਪਲੀਕੈਂਟਸ ਨੇ ਉਹ ਖਾਸ ਤੌਰ ਦੇ ਉੱਪਰ ਇਸ ਚੀਜ਼ ਦਾ ਖਿਆਲ ਰੱਖਣ ਕਿ VAC ਵੱਲੋਂ ਇਨ ਪਰਸਨ ਪਾਸਪੋਰਟ ਸਬਮਿਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਪਾਸਪੋਰਟ ਹਾਈ ਕਮਿਸ਼ਨ ਨੂੰ ਵੀ ਸਿੱਧਾ ਨਾ ਭੇਜਿਆ ਜਾਵੇ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇੱਕ ਹੋਰ ਟਵੀਟ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਜੋ QR ਕੋਡ ਦਿੱਤਾ ਗਿਆ ਹੈ ਉਸ ਦੇ ਉੱਪਰ ਸਕੈਨ ਕਰਕੇ ਆਪਣੇ ਸਵਾਲਾਂ ਦਾ ਜਵਾਬ ਹਾਸਲ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਭਾਰਤ ਦੇ ਵਿੱਚ ਪਾਸਪੋਰਟ ਸਬਮਿਸ਼ਨ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਤੇ ਹੁਣ ਹਾਈ ਕਮਿਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਾਸਪੋਰਟ ਸਬਮਿਸ਼ਨ ਦੇ ਨਾਲ ਜੁੜੀ ਹੋਈ ਵੈਬ ਫਾਰਮ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਦੀ ਕਿਸਮਤ ਜਾਗੀ ਹੈ, ਜਿੱਥੇ ਲੋਟੋ ਮੈਕਸ ਲੋਟਰੀ ਦੇ ਵਿੱਚ ਇਸ ਪੰਜਾਬੀ ਦਾ ਇਨਾਮ ਨਿਕਲਿਆ ਹੈ। ਜੀ ਹਾਂ, ਜਸਪ੍ਰੀਤ ਸੰਧੂ ਨਾਮ ਦੇ ਇਸ ਪੰਜਾਬੀ ਵੱਲੋਂ $1 ਮਿਲੀਅਨ ਦੀ ਲੋਟਰੀ ਜਿੱਤੀ ਗਈ ਹੈ। ਸਭ ਤੋਂ ਪਹਿਲਾਂ ਇਸ ਦੀ ਖੁਸ਼ਖਬਰੀ ਉਸਨੇ ਆਪਣੇ ਪਿਤਾ ਦੇ ਨਾਲ ਸਾਂਝੀ ਕੀਤੀ ਹੈ। ਜਸਪ੍ਰੀਤ ਸੰਧੂ ਦਾ ਕਹਿਣਾ ਹੈ ਕਿ ਉਸ ਵੱਲੋਂ ਇਸ ਇਨਾਮ ਦੇ ਪੈਸਿਆਂ ਦੇ ਨਾਲ ਸਭ ਤੋਂ ਪਹਿਲਾਂ ਘਰ ਖਰੀਦਿਆ ਜਾਵੇਗਾ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੇ ਲੋਟੋ ਮੈਕਸ ਲੋਟਰੀ ਜਿੱਤੀ ਹੈ। ਜੀ ਹਾਂ, ਇਹ ਵਿਅਕਤੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਐਪਸਫੋਰਡ ਦੇ ਨਾਲ ਸੰਬੰਧਿਤ ਹੈ। ਇਸ ਪੰਜਾਬੀ ਦਾ ਨਾਮ ਜਸਪ੍ਰੀਤ ਸੰਧੂ ਹੈ, ਜਿਸ ਦੀ $1 ਮਿਲੀਅਨ ਦੀ ਲੋਟਰੀ ਨਿਕਲੀ। ਜਸਪ੍ਰੀਤ ਸੰਧੂ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇਹ ਟਿਕਟ ਰੀਅਲ ਕੈਨੇਡੀਅਨ ਸੁਪਰ ਸਟੋਰ ਤੋਂ ਖਰੀਦੀ ਗਈ ਸੀ। ਜਦੋਂ ਸੰਧੂ ਨੂੰ ਇਸ ਬਾਰੇ ਪਤਾ ਚੱਲਿਆ ਹੈ ਕਿ ਉਹਨਾਂ ਦੀ $1 ਮਿਲੀਅਨ ਦੀ ਲੋਟਰੀ ਨਿਕਲੀ, ਤਾਂ ਉਹਨਾਂ ਨੂੰ ਕੁਝ ਸਮੇਂ ਦੇ ਵਾਸਤੇ ਇਹ ਇੱਕ ਸੁਪਨਾ ਲੱਗਿਆ। ਜਦੋਂ ਜਸਪ੍ਰੀਤ ਨੇ ਲੋਟਰੀ ਜਿੱਤਣ ਦੀ ਖੁਸ਼ਖਬਰੀ ਆਪਣੇ ਪਿਤਾ ਦੇ ਨਾਲ ਸਾਂਝੀ ਕੀਤੀ, ਤਾਂ ਉਹਨਾਂ ਨੂੰ ਵੀ ਪਹਿਲਾਂ ਇਸ ਦੇ ਉੱਪਰ ਯਕੀਨ ਨਹੀਂ ਹੋਇਆ। ਹੁਣ ਜਸਪ੍ਰੀਤ ਨੇ ਦੱਸਿਆ ਹੈ ਕਿ ਜੋ ਇਨਾਮ ਉਸ ਵੱਲੋਂ ਜਿੱਤਿਆ ਗਿਆ, ਉਸ ਵੱਲੋਂ ਕੀ ਕੀਤਾ ਜਾਵੇਗਾ। ਜਸਪ੍ਰੀਤ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹ ਘਰ ਖਰੀਦੇਗਾ ਤੇ ਜੋ ਉਸ ਦੇ ਸੁਪਨੇ ਪਹਿਲਾਂ ਪੂਰੇ ਨਹੀਂ ਹੋ ਸਕੇ, ਉਹਨਾਂ ਸੁਪਨਿਆਂ ਨੂੰ ਉਸ ਵੱਲੋਂ ਪੂਰਾ ਕੀਤਾ ਜਾਵੇਗਾ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2021 ਦੇ ਦੌਰਾਨ ਹੋਰ ਵੀ ਕਈ ਵਿਅਕਤੀ $99 ਮਿਲੀਅਨ ਦੇ ਇਨਾਮ ਜਿੱਤ ਚੁੱਕੇ ਹਨ। ਲੋਟੋ ਮੈਕਸ ਡਰਾਅ ਹਰ ਹਫ਼ਤੇ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਕੱਢੇ ਜਾਂਦੇ ਨੇ। ਟੋਰਾਂਟੋ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਉਹਨਾਂ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ, ਇਹ ਆਪਰੇਸ਼ਨ ਸਾਂਝੇ ਤੌਰ ਦੇ ਉੱਪਰ ਚਲਾਇਆ ਜਾ ਰਿਹਾ ਸੀ, ਜਿਸ ਦੇ ਤਹਿਤ $10 ਮਿਲੀਅਨ ਦੇ ਡਰੱਗਸ ਬਰਾਮਦ ਕੀਤੇ ਗਏ ਨੇ। ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਪੰਜਾਬੀ ਫਰਾਰ ਹੈ ਤੇ ਉਸ ਨੂੰ ਲੱਭਿਆ ਜਾ ਰਿਹਾ ਹੈ। ਟੋਰਾਂਟੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਵੱਡੀ ਗਿਣਤੀ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਇਸ ਸੰਬੰਧੀ 22 ਜਾਣਿਆਂ ਨੂੰ ਚਾਰਜ ਵੀ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਟੋਰਾਂਟੋ ਵਿੱਚੋਂ 10 ਮਿਲੀਅਨ ਡਰੱਗ ਬਰਾਮਦ ਕੀਤੇ ਗਏ ਹਨ। ਓਨਟਾਰੀਓ ਪ੍ਰੋਵੀਜ਼ਨਲ ਪੁਲਿਸ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਟੋਰਾਂਟੋ ਦੇ ਵਿੱਚੋਂ ਉਹਨਾਂ ਨੂੰ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਹੋਇਆ। ਜਾਣਕਾਰੀ ਦੇ ਲਈ ਦੱਸ ਦਈਏ ਕਿ ਓਨਟਾਰੀਓ ਪ੍ਰੋਵਿੰਸ਼ਨਲ ਪੁਲਿਸ, ਯਾਰਕ ਪੁਲਿਸ, ਕੈਨੇਡੀਅਨ ਬਾਰਡਰ ਏਜੰਸੀ, ਅਮਰੀਕਨ ਅਧਿਕਾਰੀਆਂ ਵੱਲੋਂ ਸਾਂਝੇ ਤੌਰ ਦੇ ਉੱਪਰ ਪ੍ਰੋਜੈਕਟ ਚਲਾਇਆ ਜਾ ਰਿਹਾ ਸੀ। ਇਹ ਪ੍ਰੋਜੈਕਟ 15 ਮਹੀਨਿਆਂ ਤੋਂ ਚਲਾਇਆ ਜਾ ਰਿਹਾ ਸੀ, ਜਿਸ ਦੇ ਤਹਿਤ ਹੁਣ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਪ੍ਰੋਜੈਕਟ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਕੁੱਲ 139 ਚਾਰਜ ਲਗਾਏ ਗਏ। ਇਸੇ ਦੇ ਨਾਲ ਸੰਬੰਧਿਤ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਇੱਕ ਪੰਜਾਬੀ ਅਜੇ ਪੁਲਿਸ ਦੇ ਹੱਥ ਨਹੀਂ ਲੱਗਿਆ। ਪੁਲਿਸ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਪੰਜਾਬੀ ਦਾ ਨਾਮ ਸੁਖਜੀਤ ਧਾਲੀਵਾਲ ਦੱਸਿਆ ਗਿਆ। ਜਿਨ੍ਹਾਂ ਵਿਅਕਤੀਆਂ ਨੂੰ ਇਸ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਵਿੱਚ ਵੌਨ, ਮਿਲਟਨ, ਸਕਾਰਬਰੋ, ਟੋਰਾਂਟੋ, ਬਰਲਿੰਗਟਨ, ਇਨਸਫਿਲ, ਵੁੱਡਬ੍ਰਿਜ ਅਤੇ ਐਨਕੈਸਟਰ ਦੇ ਨਾਲ ਸੰਬੰਧਿਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਦੌਰਾਨ ਇੱਕ ਪੰਜਾਬੀ ਜਿਸ ਦਾ ਨਾਮ ਸੁਖਜੀਤ ਧਾਲੀਵਾਲ ਹੈ, ਉਹ ਅਜੇ ਵੀ ਪੁਲਿਸ ਦੇ ਹੱਥ ਨਹੀਂ ਲੱਗਿਆ। ਦੱਸਣਯੋਗ ਹੈ ਕਿ ਜਿਨ੍ਹਾਂ ਨੂੰ ਇਸ ਮਾਮਲੇ ਦੇ ਤਹਿਤ ਚਾਰਜ ਕੀਤਾ ਗਿਆ, ਉਹਨਾਂ ਦੇ ਵਿੱਚ ਸਿਰਫ ਇੱਕੋ ਹੀ ਪੰਜਾਬੀ ਦਾ ਨਾਮ ਸਾਹਮਣੇ ਆਇਆ ਹੈ। ਬਾਕੀ ਸਾਰੇ ਗੈਰ ਪੰਜਾਬੀ ਹਨ, ਜਿਨ੍ਹਾਂ ਦੇ ਉੱਪਰ ਨਸ਼ੇ ਦੇ ਮਾਮਲੇ ਦੇ ਵਿੱਚ ਚਾਰਜ ਲਗਾਏ ਗਏ। ਕਿਊਬਿਕ ਵੱਲੋਂ ਇੱਕ ਖਾਸ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਵੈਕਸੀਨ ਲਗਵਾਉਣ ਵਾਲਿਆਂ ਦੀ $2 ਮਿਲੀਅਨ ਦੀ ਲੋਟਰੀ ਨਿਕਲ ਸਕਦੀ ਹੈ। ਕਿਊਬੈਕ ਦੇ ਵਿੱਚ ਹੋਰ ਵੀ ਜਿਹੜੇ ਕਿਊਬੈਕ ਵਾਸੀ ਨੇ ਉਹ ਕੋਵਿਡ-19 ਵੈਕਸੀਨ ਜਲਦ ਹਾਸਲ ਕਰਨ, ਇਸ ਕਰਕੇ ਇੱਕ ਕਦਮ ਸੂਬੇ ਵੱਲੋਂ ਚੁੱਕਿਆ ਗਿਆ ਹੈ, ਜਿਸ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਹੈਲਥ ਮਿਨਿਸਟਰ ਵੱਲੋਂ ਦੱਸੀ ਗਈ। ਕਿਊਬੈਕ ਵੱਲੋਂ ਕਿਊਬੈਕ ਵਾਸੀਆਂ ਨੂੰ ਵੈਕਸੀਨ ਦੇ ਵਾਸਤੇ ਹੋਰ ਉਤਸ਼ਾਹਿਤ ਕਰਨ ਦੇ ਵਾਸਤੇ ਇੱਕ ਵੱਡਾ ਤੇ ਨਵਾਂ ਕਦਮ ਚੁੱਕਿਆ ਗਿਆ। ਸੂਬੇ ਵੱਲੋਂ $2 ਮਿਲੀਅਨ ਦੀ ਕੋਵਿਡ-19 ਵੈਕਸੀਨ ਲੋਟਰੀ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੋਵਿੰਸ ਦੇ ਵਿੱਚ ਹੋਰ ਵੀ ਲੋਕ ਜਲਦ ਕੋਵਿਡ-19 ਵੈਕਸੀਨ ਹਾਸਲ ਕਰ ਲੈਣ, ਇਸ ਦੇ ਕਾਰਨ ਕਿਊਬੈਕ ਵੱਲੋਂ $2 ਮਿਲੀਅਨ ਦੀ ਲੋਟਰੀ ਦਾ ਐਲਾਨ ਕੀਤਾ ਗਿਆ। ਇਸ ਦੀ ਜਾਣਕਾਰੀ ਹੈਲਥ ਮਿਨਿਸਟਰ ਵੱਲੋਂ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਉਹ ਚਾਹੁੰਦੇ ਨੇ ਕਿ ਜਿਹੜੇ ਅਜੇ ਕਿਊਬੈਕ ਵਾਸੀ ਕੋਵਿਡ-19 ਵੈਕਸੀਨ ਨਹੀਂ ਲਗਵਾ ਰਹੇ, ਉਹ ਵੀ ਇਸ ਦੇ ਨਾਲ ਵੈਕਸੀਨ ਲਗਵਾਉਣ। ਕਿਊਬੈਕ ਵੱਲੋਂ ਜਿਸ ਲੋਟਰੀ ਦਾ ਐਲਾਨ ਕੀਤਾ ਗਿਆ ਹੈ, ਇਹ ਉਹਨਾਂ ਵਾਸਤੇ ਵੀ ਹੋਵੇਗੀ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਲਗਵਾਈ ਗਈ ਹੈ, ਤੇ ਨਾਲ ਹੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟੀਕਾ ਹਾਸਲ ਕਰਨਗੇ, ਉਹਨਾਂ ਦੇ ਵਾਸਤੇ ਵੀ ਹੋਵੇਗੀ। ਇਸ ਕੰਟੈਸਟ ਦੇ ਵਾਸਤੇ ਆਨਲਾਈਨ ਰਜਿਸਟ੍ਰੇਸ਼ਨ ਜੁਲਾਈ 25 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਲੋਟਰੀ ਦੇ ਪਿੱਛੇ ਦਾ ਟੀਚਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਲਦ ਕੋਵਿਡ-19 ਵੈਕਸੀਨ ਪ੍ਰਾਪਤ ਕਰ ਲੈਣ। ਅਗਸਤ ਦੇ ਮਹੀਨੇ ਦੌਰਾਨ ਇਸ ਦੇ ਤਹਿਤ 4 ਡਰਾਅ ਕੱਢੇ ਜਾਣਗੇ। ਇਹ ਡਰਾਅ ਉਹਨਾਂ ਵਾਸਤੇ ਹੋਵੇਗਾ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ ਹੈ। ਹਰ ਡਰਾਅ ਦੇ ਵਿੱਚ $1,50,000 ਜਿੱਤਣ ਦਾ ਮੌਕਾ ਹੋਵੇਗਾ, ਜਿਸ ਦਾ ਮਤਲਬ ਹੈ ਕਿ 4 $1,50,000 ਦੇ ਇਨਾਮ ਕੱਢੇ ਜਾਣਗੇ। ਸਤੰਬਰ ਮਹੀਨੇ ਦੌਰਾਨ ਇਸ ਦੇ ਨਾਲ ਸੰਬੰਧਿਤ $1 ਮਿਲੀਅਨ ਦਾ ਗ੍ਰੈਂਡ ਪ੍ਰਾਈਜ਼ ਕੱਢਿਆ ਜਾਵੇਗਾ, ਜੋ ਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਹੋਵੇਗਾ, ਜਿਸ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕੀਤੇ ਹੋਣਗੇ। ਕਿਊਬੈਕ ਵੱਲੋਂ 12 ਸਾਲ ਤੋਂ 17 ਸਾਲ ਵਾਲਿਆਂ ਦੇ ਲਈ ਵੀ ਲੋਟਰੀ ਓਪਨ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਸੂਬੇ ਐਲਬਰਟਾ ਅਤੇ ਮੈਨੀਟੋਬਾ ਵੱਲੋਂ ਵੀ ਅਜਿਹਾ ਕਦਮ ਚੁੱਕਿਆ ਜਾ ਚੁੱਕਿਆ ਹੈ, ਜਿੱਥੇ ਉਨ੍ਹਾਂ ਵੱਲੋਂ ਵੀ ਵੈਕਸੀਨ ਦੇ ਨਾਲ ਸੰਬੰਧਿਤ ਲੋਟਰੀ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਇਨਾਮ ਕੱਢੇ ਜਾ ਰਹੇ ਹਨ। ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਵੱਧ ਤੋਂ ਵੱਧ ਆਬਾਦੀ ਨੂੰ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ, ਤੇ ਇਹਨਾਂ ਸੂਬਿਆਂ ਦੇ ਵਿੱਚ ਜਿਹੜੇ ਲੋਕ ਅਜੇ ਇਹ ਵੈਕਸੀਨ ਹਾਸਲ ਨਹੀਂ ਕਰ ਰਹੇ, ਉਨ੍ਹਾਂ ਨੂੰ ਵੀ ਇਸ ਟੀਕੇ ਦੇ ਵਾਸਤੇ ਉਤਸ਼ਾਹਿਤ ਕਰਨ ਦੇ ਲਈ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਇੱਕ ਕਦਮ ਚੁੱਕਿਆ ਜਾ ਰਿਹਾ ਹੈ, ਜਿੱਥੇ ਕੋਵਿਡ ਵੈਕਸੀਨ ਹਾਸਲ ਕਰਨ ਵਾਲਿਆਂ ਦੀ ਲੋਟਰੀ ਐਲਾਨ ਕੀਤੀ ਜਾ ਰਹੀ ਹੈ। ਟੋਰਾਂਟੋ ਦੇ ਸ਼ਹਿਰ ਦੇ ਵਿੱਚ ਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ, ਜਿੱਥੇ 25 ਦੇ ਕਰੀਬ ਇਮਾਰਤਾਂ ਨੁਕਸਾਨੀਆਂ ਗਈਆਂ ਨੇ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ 11 ਦੇ ਕਰੀਬ ਲੋਕ ਇਸ ਦੌਰਾਨ ਜ਼ਖਮੀ ਹੋਏ ਨੇ। ਅੱਜ ਪ੍ਰੀਮੀਅਰ ਡਗ ਫੋਰਡ ਇਸ ਦਾ ਜਾਇਜ਼ਾ ਲੈਣ ਦੇ ਵਾਸਤੇ ਵੀ ਪਹੁੰਚੇ, ਜਿੱਥੇ ਉਹਨਾਂ ਨੇ ਕਿਹਾ ਕਿ ਉਹ ਜਿਹੜੇ ਲੋਕ ਇਸ ਦੌਰਾਨ ਪ੍ਰਭਾਵਿਤ ਹੋਏ ਨੇ, ਉਹਨਾਂ ਦੇ ਨਾਲ ਹਨ। ਟੋਰਾਂਟੋ ਦੇ ਸ਼ਹਿਰ ਦੇ ਵਿੱਚ ਤੇਜ਼ ਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ। ਇਸ ਦਾ ਜਾਇਜ਼ਾ ਲੈਣ ਦੇ ਵਾਸਤੇ ਪ੍ਰੀਮੀਅਰ ਡਗ ਫੋਰਡ ਪਹੁੰਚੇ। ਦੱਸ ਦਈਏ ਕਿ ontario ਦੇ ਬੈਰੀ ਸ਼ਹਿਰ ਦੇ ਵਿੱਚ ਟੋਰਨੇਡੋ ਨੇ ਆਪਣਾ ਕਹਿਰ ਮਚਾਇਆ। ਇਸ ਦੌਰਾਨ 25 ਦੇ ਕਰੀਬ ਇਮਾਰਤਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਿਆ। ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਇਸ ਤੂਫਾਨ ਦੇ ਵਿੱਚ 11 ਦੇ ਕਰੀਬ ਲੋਕ ਜ਼ਖਮੀ ਹੋਏ ਨੇ। ਇਸ ਬਾਰੇ এনवायरमेंट ਕੈਨੇਡਾ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਤੂਫਾਨ ਦੀ ਰਫ਼ਤਾਰ 210 ਕਿਲੋਮੀਟਰ ਪ੍ਰਤੀ ਘੰਟਾ ਸੀ। ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਟੋਰਨੇਡੋ ਦਾ ਘੇਰਾ 100 ਮੀਟਰ ਚੌੜਾ ਅਤੇ ਲੰਬਾਈ 5 ਕਿਲੋਮੀਟਰ ਤੱਕ ਦਰਜ ਕੀਤੀ ਗਈ। ਆਫੀਸ਼ੀਅਲਸ ਦੇ ਵੱਲੋਂ ਇਸ ਸੰਬੰਧੀ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਦੇ ਮੁਤਾਬਕ ਜਿਹੜੀਆਂ ਇਸ ਟੋਰਨੇਡੋ ਦੇ ਵਿੱਚ ਇਮਾਰਤਾਂ ਨੁਕਸਾਨੀਆਂ ਗਈਆਂ, ਇਸ ਦੇ ਵਿੱਚੋਂ 3 ਇਮਾਰਤਾਂ ਅਜਿਹੀਆਂ ਸਨ ਜਿਹੜੀਆਂ ਢਹਿ-ਢੇਰੀ ਹੋ ਗਈਆਂ। ਇਸ ਤੂਫਾਨ ਤੋਂ ਬਾਅਦ এনवायरमेंट ਕੈਨੇਡਾ ਵੱਲੋਂ ਇਸ ਖੇਤਰ ਦੇ ਵਿੱਚ ਮੌਸਮ ਦੇ ਨਾਲ ਸੰਬੰਧਿਤ ਚੇਤਾਵਨੀ ਜਾਰੀ ਕੀਤੀ ਗਈ। ਇਸ ਤੋਂ ਬਾਅਦ ਇਸ ਚੇਤਾਵਨੀ ਨੂੰ ਟੋਰਨੇਡੋ ਦੀ ਚੇਤਾਵਨੀ ਦੇ ਵਿੱਚ ਬਦਲ ਦਿੱਤਾ ਗਿਆ। ਇਸ ਦੌਰਾਨ ਜਦੋਂ ਪ੍ਰੀਮੀਅਰ ਡਗ ਫੋਰਡ ਜਾਇਜ਼ਾ ਲੈਣ ਦੇ ਵਾਸਤੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਦੌਰਾਨ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਨਾਲ ਹਨ। ਇਸ ਦੌਰਾਨ ਡਗ ਫੋਰਡ ਦੇ ਨਾਲ ਸੋਲਿਸਿਟਰ ਜਨਰਲ ਵੀ ਮੌਜੂਦ ਸਨ। ontario ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ontario ਵੱਲੋਂ ਇਨ ਡਿਮਾਂਡ ਆਕਿਊਪੇਸ਼ਨ ਦੇ ਨਾਲ ਸੰਬੰਧਿਤ ਪਹਿਲਾ ਡਰਾਅ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ontario ਵੱਲੋਂ ਇਸ ਡਰਾਅ ਦੇ ਵਿੱਚ 54 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ। ontario ਵੱਲੋਂ ਆਪਣਾ ਪਹਿਲਾ ਇਨ ਡਿਮਾਂਡ ਸਕਿੱਲ ਸਟਰੀਮ ਡਰਾਅ ਐਲਾਨ ਕੀਤਾ ਗਿਆ। ontario ਵੱਲੋਂ ਜੋ PNP ਡਰਾਅ ਦਾ ਐਲਾਨ ਕੀਤਾ ਗਿਆ, ਇਸ ਦੇ ਵਿੱਚ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਜਿਨ੍ਹਾਂ ਉਮੀਦਵਾਰਾਂ ਨੂੰ ਸੱਦੇ ਹਾਸਲ ਹੋਏ ਨੇ, ਉਹਨਾਂ ਦੇ ਕੋਲ ਹੈਲਥ, ਐਗਰੀਕਲਚਰ ਅਤੇ ਮੈਨੂਫੈਕਚਰਿੰਗ ਦਾ ਜੌਬ ਆਫਰ ਸੀ। ਦੱਸਣਯੋਗ ਹੈ ਕਿ ontario ਵੱਲੋਂ ਹਾਲ ਹੀ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਐਲਾਨ ਕੀਤਾ ਗਿਆ ਸੀ।
ਜਿੱਥੇ ਨਵੀਂ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਦੇ ਤਹਿਤ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਜਨਰਲ ਡਰਾਅ ਦੇ ਤਹਿਤ ਓਨਟਾਰੀਓ ਵੱਲੋਂ 54 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ, ਜਿਨ੍ਹਾਂ ਦੇ ਕੋਲ ਘੱਟੋ-ਘੱਟ 11 ਸਕੋਰ ਸਨ। ਇਸ ਦੇ ਨਾਲ ਹੀ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਵੱਲੋਂ ਰੀਜਨਲ ਇਮੀਗ੍ਰੈਂਟ ਪਾਇਲਟ ਡਰਾਅ ਦਾ ਵੀ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਇੱਕ ਉਮੀਦਵਾਰ ਨੂੰ ਸੱਦਾ ਹਾਸਲ ਹੋਇਆ। ਇਸ ਵਾਸਤੇ ਉਮੀਦਵਾਰਾਂ ਨੂੰ ਕੋਈ ਵੀ EOI ਸਕੋਰ ਜ਼ਰੂਰਤ ਨਹੀਂ ਸੀ। ਦੱਸ ਦਈਏ ਕਿ ਡਰਾਅ ਦੇ ਵਿੱਚ ਜਿਹੜੇ ਵੀ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ, ਉਹਨਾਂ ਦੇ ਕੋਲ ਕਿਸੇ ਇੱਕ ਆਕਿਊਪੇਸ਼ਨ ਦਾ ਵਰਕ ਐਕਸਪੀਰੀਅੰਸ ਹੋਣਾ ਲਾਜ਼ਮੀ ਸੀ। ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਕਿਹੜੇ ਆਕਿਊਪੇਸ਼ਨ ਨੂੰ ਨੈਸ਼ਨਲ ਆਕਿਊਪੇਸ਼ਨ ਕਲਾਸੀਫਿਕੇਸ਼ਨ ਕੋਡ ਦੇ ਤਹਿਤ ਰੱਖਿਆ ਗਿਆ। ਨਰਸ ਏਡਸ ਆਰਡਰਲਾਈਨਸ ਐਂਡ ਪੇਸ਼ੈਂਟ ਸਰਵਿਸ ਐਸੋਸੀਏਟਸ, ਹੋਮ ਸਪੋਰਟ ਵਰਕਰਸ ਐਂਡ ਰਿਲੇਟਡ ਆਕਿਊਪੇਸ਼ਨਸ, ਪਰ ਇਸ ਦੇ ਵਿੱਚੋਂ ਹਾਊਸਕੀਪਰਸ ਨੂੰ ਬਾਹਰ ਰੱਖਿਆ ਗਿਆ। ਜਨਰਲ ਫਾਰਮ ਵਰਕਰਸ, ਨਰਸਰੀ ਐਂਡ ਗ੍ਰੀਨ ਹਾਊਸ ਵਰਕਰਸ, ਹਾਰਵੈਸਟਿੰਗ ਲੇਬਰਰਸ, ਇੰਡਸਟਰੀਅਲ ਬੁਚਰਸ ਐਂਡ ਮੀਟ ਕਟਰਸ, ਪੋਲਟਰੀ ਪ੍ਰੀਪੇਅਰਰਸ ਐਂਡ ਰਿਲੇਟਡ ਵਰਕਰਸ, ਜਿਨ੍ਹਾਂ ਨੂੰ ਮੈਨੂਫੈਕਚਰਿੰਗ ਦੇ ਕੋਡ ਦੇ ਵਿੱਚ ਰੱਖਿਆ ਗਿਆ। ਉਹਨਾਂ ਦੇ ਵਿੱਚ ਮਸ਼ੀਨ ਆਪਰੇਟਰਸ, ਮਿਨਰਲ ਐਂਡ ਮੈਟਲ ਪ੍ਰੋਸੈਸਿੰਗ, ਮੈਟਲ ਵਰਕਿੰਗ ਐਂਡ ਫੋਰਜਿੰਗ ਮਸ਼ੀਨ ਆਪਰੇਟਰਸ, ਮਕੈਨਿਕ ਟੂਲ ਆਪਰੇਟਰਸ, ਅਦਰ ਮੈਟਲ ਪ੍ਰੋਡਕਟਸ ਮਸ਼ੀਨ ਆਪਰੇਟਰਸ, chemical plant machine operators, plastics processing machine operators, woodworking machine operators, industrial sewing machine operators, process control and machine operators, food, beverage and associated product processing, electronics assemblers, fabricators, inspectors and testers, medical assemblers and inspectors, industrial painters, coaters and metal finishing process operators। ਤੇ ਬਾਕੀ ਪ੍ਰੋਡਕਟ ਅਸੈਂਬਲਰਸ, ਫਿਨਿਸ਼ਰਸ ਐਂਡ ਇੰਸਪੈਕਟਰਸ ਨੂੰ ਵੀ ਇਸ ਦੇ ਤਹਿਤ ਸ਼ਾਮਿਲ ਕੀਤਾ ਗਿਆ। ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਜਿਹੜੇ ਵੀ ਉਮੀਦਵਾਰਾਂ ਨੂੰ ਇਸ ਡਰਾਅ ਦੇ ਤਹਿਤ ਸੱਦੇ ਹਾਸਲ ਹੋਏ ਨੇ, ਉਹਨਾਂ ਦੇ ਕੋਲ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੀ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਦੇ ਵਾਸਤੇ 14 ਦਿਨਾਂ ਦਾ ਸਮਾਂ ਹੋਵੇਗਾ। ਕੈਨੇਡਾ ਦੇ ਵਿੱਚ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਮਿਕਸ ਐਂਡ ਮੈਚ ਕਰਕੇ ਲਗਾਈ, ਉਹਨਾਂ ਨੂੰ ਅੰਤਰਰਾਸ਼ਟਰੀ ਯਾਤਰਾ ਦੇ ਵਿੱਚ ਦਿੱਕਤ ਆ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਗਿਆ ਕਿ ਬਾਕੀ ਦੇਸ਼ ਇਸ ਚੀਜ਼ ਦੀ ਇਜਾਜ਼ਤ ਦੇਣਗੇ, ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਸੰਬੰਧੀ ਉਹਨਾਂ ਵੱਲੋਂ ਬਾਕੀ ਦੇਸ਼ਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਮਿਕਸ ਐਂਡ ਮੈਚ ਕਰਕੇ ਹਾਸਲ ਕੀਤੀ ਗਈ ਹੈ, ਜਿਸ ਦਾ ਮਤਲਬ ਹੈ ਕਿ ਉਹਨਾਂ ਵੱਲੋਂ ਕੋਵਿਡ-19 ਵੈਕਸੀਨ ਦਾ ਇੱਕ ਸ਼ਾਟ ਕਿਸੇ ਹੋਰ ਟੀਕੇ ਦਾ ਅਤੇ ਦੂਸਰਾ ਸ਼ਾਟ ਕਿਸੇ ਹੋਰ ਵੈਕਸੀਨ ਦਾ ਹਾਸਲ ਕੀਤਾ ਗਿਆ ਹੈ। ਇਸ ਦੇ ਨਾਲ ਸੰਬੰਧਿਤ ਜੋ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਦੇ ਮੁਤਾਬਕ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਮਿਕਸ ਐਂਡ ਮੈਚ ਕਰਕੇ ਲਗਵਾਇਆ ਗਿਆ, ਉਹਨਾਂ ਨੂੰ ਅੰਤਰਰਾਸ਼ਟਰੀ ਯਾਤਰਾ ਸੰਬੰਧੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਉੱਪਰ ਹੁਣ ਕੈਨੇਡਾ ਸਰਕਾਰ ਵੱਲੋਂ ਬਾਕੀ ਦੇਸ਼ਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬਹੁਤ ਸਾਰੇ ਅਜਿਹੇ ਦੇਸ਼ ਹਨ ਜਿੱਥੇ ਹੈਲਥ ਆਫੀਸ਼ੀਅਲਸ ਦੇ ਵੱਲੋਂ ਕੋਵਿਡ-19 ਵੈਕਸੀਨ ਮਿਕਸ ਐਂਡ ਮੈਚ ਕਰਕੇ ਲਗਾਉਣ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਜੂਨ ਮਹੀਨੇ ਦੌਰਾਨ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਵੱਲੋਂ ਗਾਈਡੈਂਸ ਜਾਰੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਟੀਕੇ ਦੀ ਪਹਿਲੀ ਡੋਜ਼ ਹਾਸਲ ਕੀਤੀ ਗਈ ਹੈ, ਉਹ ਕਿਸੇ ਵੀ ਹੋਰ ਵੈਕਸੀਨ ਦੀ ਦੂਸਰੀ ਡੋਜ਼ ਪ੍ਰਾਪਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਸੰਬੰਧੀ ਸਵਾਲ ਵੀ ਪੁੱਛਿਆ ਗਿਆ ਸੀ, ਜਿਸ ਦਾ ਜਵਾਬ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ। ਦਰਅਸਲ ਪ੍ਰਧਾਨ ਮੰਤਰੀ ਨੂੰ ਇਹ ਪੁੱਛਿਆ ਗਿਆ ਕਿ ਬਾਕੀ ਦੇਸ਼ਾਂ ਵੱਲੋਂ ਕੋਵਿਡ-19 ਵੈਕਸੀਨ ਮਿਕਸ ਐਂਡ ਮੈਚ ਕਰਕੇ ਲਗਾਉਣ ਵਾਲਿਆਂ ਨੂੰ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ तमाम ਦੇਸ਼ਾਂ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਉਹ ਵੀ ਇਸ ਚੀਜ਼ ਨੂੰ ਇਜਾਜ਼ਤ ਦੇ ਸਕਣ। ਓਨਟਾਰੀਓ ਦੇ ਵਿੱਚ ਕੋਵਿਡ-19 ਦੇ ਨਾਲ ਸੰਬੰਧਿਤ ਜੋ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ ਸੀ, ਉਸ ਦੇ ਤਹਿਤ ਤੀਸਰੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਹੁਣ ਓਨਟਾਰੀਓ ਦੇ ਵਿੱਚ ਵੱਧ ਇਕੱਠ ਕੀਤਾ ਜਾ ਸਕੇਗਾ, ਜਿਮ ਅਤੇ ਥੀਏਟਰ ਮੁੜ ਤੋਂ ਖੋਲ੍ਹੇ ਜਾਣਗੇ। ਓਨਟਾਰੀਓ ਵਾਸੀਆਂ ਨੂੰ ਤੀਸਰੇ ਪੜਾਅ ਦੇ ਤਹਿਤ ਹੁਣ ਹੋਰ ਵੀ ਰਾਹਤ ਦਿੱਤੀ ਜਾ ਰਹੀ ਹੈ। ਓਨਟਾਰੀਓ ਵੱਲੋਂ ਜੋ ਆਪਣਾ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ, ਹੁਣ ਪ੍ਰੋਵਿੰਸ ਦੇ ਵਿੱਚ ਇਸ ਦੇ ਤੀਸਰੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਤੀਸਰੇ ਪੜਾਅ ਦੇ ਤਹਿਤ ਓਨਟਾਰੀਓ ਦੇ ਵਿੱਚ ਜਿਮ, ਰੈਸਟੋਰੈਂਟ, ਮੂਵੀ ਥੀਏਟਰ ਇਹਨਾਂ ਸਭ ਨੂੰ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ। ਓਨਟਾਰੀਓ ਦੇ ਵਿੱਚ ਇਸ ਤੀਸਰੇ ਪੜਾਅ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ, ਜਿੱਥੇ ਕਰੋਨਾ ਪਾਬੰਦੀਆਂ ਦੇ ਵਿੱਚ ਹੋਰ ਵੀ ਢਿੱਲ ਦਿੱਤੀ ਜਾਵੇਗੀ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਓਨਟਾਰੀਓ ਦੇ ਵਿੱਚ ਇੰਡੋਰ ਡਾਈਨਿੰਗ, ਜਿਮ, ਸਿਨੇਮਾਜ਼, ਨਾਈਟ ਕਲੱਬ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਨਾਲ ਹੀ ਦੱਸ ਦਈਏ ਕਿ ਓਨਟਾਰੀਓ ਦੇ ਵਿੱਚ ਇਸ ਨੂੰ ਲੈ ਕੇ ਕੈਪੈਸਿਟੀ ਲਿਮਿਟ ਜ਼ਰੂਰ ਰੱਖੀ ਗਈ ਹੈ, ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੜ ਤੋਂ ਸੂਬੇ ਦੇ ਵਿੱਚ ਖੋਲ੍ਹਿਆ ਜਾ ਰਿਹਾ ਹੈ। ਓਨਟਾਰੀਓ ਦੇ ਵਿੱਚ 25 ਜਾਣਿਆਂ ਦੇ ਨਾਲ ਇੰਡੋਰ ਅਤੇ 100 ਜਾਣਿਆਂ ਦੇ ਨਾਲ ਆਊਟਡੋਰ ਗੈਦਰਿੰਗ ਦੀ ਇਜਾਜ਼ਤ ਹੋਵੇਗੀ। ਓਨਟਾਰੀਓ ਦੇ ਵਿੱਚ ਰੀਓਪਨਿੰਗ ਪਲਾਨ ਦੇ ਵਾਸਤੇ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਸ਼ਰਤਾਂ ਰੱਖੀਆਂ ਗਈਆਂ ਸਨ
ਤੀਸਰੇ ਪੜਾਅ ਦੇ ਵਿੱਚ ਦਾਖਲ ਹੋਣ ਦੇ ਵਾਸਤੇ ਓਨਟਾਰੀਓ ਦੇ ਵਿੱਚ 70 ਤੋਂ 80% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 25% ਦੀ ਆਬਾਦੀ ਨੂੰ 2 ਡੋਜ਼ ਲੱਗੀਆਂ ਹੋਣੀਆਂ ਜ਼ਰੂਰੀ ਸਨ। ਪ੍ਰੋਵਿੰਸ ਦੇ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਟਾਰਗੇਟ ਪੂਰਾ ਕੀਤਾ ਗਿਆ। ਮੌਜੂਦਾ ਸਮੇਂ ਓਨਟਾਰੀਓ ਦੇ ਵਿੱਚ 79% ਤੋਂ ਵੱਧ ਨੂੰ 1 ਡੋਜ਼ ਅਤੇ 59% ਤੋਂ ਵੱਧ ਨੂੰ 2 ਡੋਜ਼ ਲੱਗ ਚੁੱਕੀਆਂ ਨੇ। ਦੱਸਣਯੋਗ ਹੈ ਕਿ ਓਨਟਾਰੀਓ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਮਾਮਲਿਆਂ ਦੇ ਵਿੱਚ ਕਾਫੀ ਹੱਦ ਤੱਕ ਗਿਰਾਵਟ ਦੇਖੀ ਜਾ ਰਹੀ ਹੈ। ਹਸਪਤਾਲ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟ ਹੋ ਰਹੀ ਹੈ ਤੇ ਪ੍ਰੋਵਿੰਸ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜੋ ਟਾਰਗੇਟ ਇਹਨਾਂ ਪੜਾਵਾਂ ਦੇ ਲਈ ਮਿੱਥਿਆ ਗਿਆ ਸੀ ਉਸ ਤੋਂ ਪਹਿਲਾਂ ਹੀ ਓਨਟਾਰੀਓ ਦੇ ਵਿੱਚ ਇਹ ਟਾਰਗੇਟ ਨੂੰ ਪੂਰਾ ਕਰ ਲਿਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਦਾ ਕਹਿਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬਹੁਤ ਸਾਰੀਆਂ ਅਜਿਹੀਆਂ ਜਗ੍ਹਾ ਨੇ ਜਿੱਥੇ ਵਾਈਲਡ ਫਾਇਰ ਲੱਗੀਆਂ ਹੋਈਆਂ ਹਨ। ਸੋ ਇਸੇ ਦੇ ਚੱਲਦਿਆਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਥੇ ਸੂਬੇ ਦੇ ਵਿੱਚ ਸਟੇਟ ਆਫ ਐਮਰਜੈਂਸੀ ਲਗਾਉਣੀ ਚਾਹੀਦੀ ਹੈ, ਪਰ ਸਰਕਾਰ ਵੱਲੋਂ ਅਜਿਹਾ ਨਹੀਂ ਕੀਤਾ ਗਿਆ, ਜਿਸ ਕਰਕੇ ਉਹ ਕਾਫੀ ਨਾਰਾਜ਼ ਹਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਮੇਂ 300 ਤੋਂ ਵੱਧ ਵਾਈਲਡ ਫਾਇਰ ਚੱਲ ਰਹੀਆਂ ਨੇ, ਪਰ ਇੱਥੇ ਅਜੇ ਵੀ ਸਟੇਟ ਆਫ ਐਮਰਜੈਂਸੀ ਨਹੀਂ ਲਗਾਈ ਗਈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਹੋਰ ਹਫ਼ਤਾ ਹੌਟ ਅਤੇ ਡਰਾਈ ਸਾਬਿਤ ਹੋਇਆ ਹੈ, ਪਰ ਅਜੇ ਵੀ ਪ੍ਰੋਵਿੰਸ ਦੇ ਵਿੱਚ ਸਟੇਟ ਆਫ ਐਮਰਜੈਂਸੀ ਦਾ ਐਲਾਨ ਨਹੀਂ ਕੀਤਾ ਗਿਆ। ਤਾਜ਼ਾ ਜਾਣਕਾਰੀ ਦੇ ਮੁਤਾਬਕ ਇੱਥੇ 300 ਤੋਂ ਵੱਧ ਵਾਈਲਡ ਫਾਇਰ ਚੱਲ ਰਹੀ ਹੈ ਤੇ ਇਹਨਾਂ ਵਿੱਚੋਂ 15 ਅਜਿਹੀਆਂ ਹਨ ਜਿਹੜੀਆਂ 2 ਦਿਨਾਂ ਦੇ ਵਿੱਚ ਸਪਾਰਕ ਹੋਈਆਂ। ਜਾਣਕਾਰੀ ਦੇ ਮੁਤਾਬਕ ਸਭ ਤੋਂ ਵੱਧ ਜੰਗਲ ਦੀ ਅੱਗ ਦਾ ਕਹਿਰ ਇਸ ਸਮੇਂ ਕਾਮਲੂਪਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਇਸ ਸਮੇਂ ਵਾਈਲਡ ਫਾਇਰ ਦੀ ਗਿਣਤੀ 108 ਦੇ ਉੱਪਰ ਪਹੁੰਚ ਗਈ ਹੈ। ਇਸ ਦੇ ਵਿੱਚੋਂ ਕਈ ਵਾਈਲਡ ਫਾਇਰ ਅਜਿਹੀਆਂ ਵੀ ਨੇ ਜਿਨ੍ਹਾਂ ਦਾ ਆਮ ਲੋਕਾਂ ਨੂੰ ਖਤਰਾ ਬਣ ਸਕਦਾ ਹੈ। ਇਸ ਦੇ ਨਾਲ ਹੀ 1500 ਦੇ ਕਰੀਬ ਪ੍ਰਾਪਰਟੀਜ਼ ਨੂੰ ਇਵੈਕੂਏਸ਼ਨ ਆਰਡਰ ਦੇ ਉੱਪਰ ਰੱਖਿਆ ਗਿਆ ਹੈ। ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀ ਅਜਿਹੇ ਹਨ ਜਿਨ੍ਹਾਂ ਨੂੰ ਇਸ ਚੀਜ਼ ਨੂੰ ਲੈ ਕੇ ਗੁੱਸਾ ਆ ਰਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਅਜੇ ਵੀ ਪ੍ਰੋਵਿੰਸ ਦੇ ਵਿੱਚ ਸਟੇਟ ਆਫ ਐਮਰਜੈਂਸੀ ਦਾ ਐਲਾਨ ਨਹੀਂ ਕੀਤਾ ਗਿਆ। ਇਸ ਦੌਰਾਨ ਐਮਰਜੈਂਸੀ ਮੈਨੇਜਮੈਂਟ ਬ੍ਰਿਟਿਸ਼ ਕੋਲੰਬੀਆ ਦੇ ਡਾਇਰੈਕਟਰ ਆਫ ਰਿਸਪਾਂਸ ਵੱਲੋਂ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਰੇ ਜ਼ਰੂਰੀ ਅਤੇ ਜਿਹੜੇ ਵੀ ਰਿਸੋਰਸਸ ਉਹਨਾਂ ਨੂੰ ਚਾਹੀਦੇ ਨੇ ਉਹ ਮੁਹੱਈਆ ਕਰਵਾਏ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਐਮਰਜੈਂਸੀ ਮੈਨੇਜਮੈਂਟ ਬ੍ਰਿਟਿਸ਼ ਕੋਲੰਬੀਆ ਅਤੇ ਬ੍ਰਿਟਿਸ਼ ਕੋਲੰਬੀਆ ਵਾਈਲਡ ਫਾਇਰ ਆਫੀਸ਼ੀਅਲਸ ਦੇ ਵੱਲੋਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪ੍ਰੋਵਿੰਸ ਦੇ ਵਿੱਚ ਸਟੇਟ ਆਫ ਐਮਰਜੈਂਸੀ ਲਗਾਈ ਜਾ ਸਕਦੀ ਹੈ। ਕੈਨੇਡਾ ਵੱਲੋਂ ਪੱਕੇ ਕਰਨ ਸੰਬੰਧੀ ਜੋ ਪ੍ਰੋਗਰਾਮ ਲਿਆਂਦੇ ਗਏ ਸਨ, ਇਸ ਦਾ ਇੱਕ ਹੋਰ ਸਟ੍ਰੀਮ ਦਾ ਕੋਟਾ ਪੂਰਾ ਹੋ ਗਿਆ ਹੈ। ਜੀ ਹਾਂ, ਅਸੈਂਸ਼ੀਅਲ ਵਰਕਰ ਦਾ ਜੋ ਕੋਟਾ ਹੈ ਉਹ ਪੂਰਾ ਹੋ ਗਿਆ। ਜਿੰਨੀਆਂ ਅਰਜ਼ੀਆਂ ਦੇ ਵਾਸਤੇ ਲਿਮਿਟ ਰੱਖੀ ਗਈ ਸੀ ਉਹ ਹੁਣ ਪੂਰੀਆਂ ਹੋ ਚੁੱਕੀਆਂ ਨੇ। ਇਮੀਗ੍ਰੇਸ਼ਨ ਮੰਤਰੀ ਵੱਲੋਂ ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਕਿ ਜਿਹੜੇ ਟੀਆਰ 2 ਪੀਆਰ ਐਪਲੀਕੈਂਟ ਹਨ ਉਹ ਵੀ ਓਪਨ ਵਰਕ ਪਰਮਿਟ ਦੇ ਲਈ ਐਲੀਜੀਬਲ ਹੋਣਗੇ, ਜਿਸ ਤੋਂ ਬਾਅਦ ਅਸੈਂਸ਼ੀਅਲ ਵਰਕਰ ਦੇ ਵਾਸਤੇ ਅਰਜ਼ੀਆਂ ਆਈਆਂ ਤੇ ਇੱਕ ਕੋਟਾ ਪੂਰਾ ਹੋ ਗਿਆ। ਇਸ ਦੇ ਵਾਸਤੇ 30,000 ਐਪਲੀਕੇਸ਼ਨਸ ਦਾ ਜੋ ਟੀਚਾ ਹੈ, ਕੋਟਾ ਹੈ, ਰੱਖਿਆ ਗਿਆ ਸੀ ਤੇ ਉਹ ਹੁਣ ਪੂਰਾ ਹੋ ਚੁੱਕਿਆ ਹੈ। ਕੈਨੇਡਾ ਵੱਲੋਂ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰਨ ਦਾ ਮੌਕਾ ਦਿੱਤਾ ਗਿਆ, ਜਿੱਥੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਦੇ ਨਾਲ ਸੰਬੰਧਿਤ ਪ੍ਰੋਗਰਾਮ ਲਿਆਂਦੇ ਗਏ ਸਨ। ਇਨ੍ਹਾਂ ਪ੍ਰੋਗਰਾਮਾਂ ਦੇ ਤਹਿਤ ਕੈਨੇਡਾ ਦੇ ਵਿੱਚ ਐਸੈਂਸ਼ੀਅਲ ਵਰਕਰਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੀਆਰ ਹਾਸਲ ਕਰਨ ਦੇ ਲਈ ਮੌਕਾ ਦਿੱਤਾ ਜਾ ਰਿਹਾ ਸੀ। ਇਨ੍ਹਾਂ ਪ੍ਰੋਗਰਾਮਾਂ ਦੇ ਸੰਬੰਧੀ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਐਸੈਂਸ਼ੀਅਲ ਵਰਕਰ ਸਟ੍ਰੀਮ ਵੀ ਹੁਣ ਪੂਰੀ ਹੋ ਚੁੱਕੀ ਹੈ, ਜਿਸ ਦਾ ਮਤਲਬ ਹੈ ਕਿ ਐਸੈਂਸ਼ੀਅਲ ਵਰਕਰ ਸਟ੍ਰੀਮ ਦੇ ਵਾਸਤੇ ਅਰਜ਼ੀਆਂ ਦੇ ਲਈ ਜਿੰਨਾ ਟੀਚਾ ਰੱਖਿਆ ਗਿਆ ਸੀ ਉਹ ਹੁਣ ਪੂਰਾ ਹੋ ਚੁੱਕਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਸੈਂਸ਼ੀਅਲ ਵਰਕਰਸ ਇਨ ਨਾਨ ਹੈਲਥ ਕੇਅਰ ਦੇ ਵਿੱਚ 30,000 ਅਰਜ਼ੀਆਂ ਦਾ ਟੀਚਾ ਰੱਖਿਆ ਗਿਆ ਸੀ। ਹੁਣ ਇਸ ਸਟ੍ਰੀਮ ਦੇ ਵਿੱਚ 30,000 ਅਰਜ਼ੀਆਂ ਆ ਚੁੱਕੀਆਂ ਨੇ। ਇਹ ਕੋਟਾ ਜੁਲਾਈ 16 ਨੂੰ ਪੂਰਾ ਹੋਇਆ, ਜਿਸ ਦਾ ਮਤਲਬ ਹੈ ਕਿ ਇਹਨਾਂ ਪ੍ਰੋਗਰਾਮਾਂ ਦੇ ਐਲਾਨ ਕੀਤੇ ਜਾਣ ਦੇ 2 ਮਹੀਨਿਆਂ ਬਾਅਦ ਐਸੈਂਸ਼ੀਅਲ ਵਰਕਰ ਸਟ੍ਰੀਮ ਦਾ ਕੋਟਾ ਪੂਰਾ ਹੋ ਗਿਆ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਗ੍ਰੈਜੂਏਟ ਦੀ ਸਟ੍ਰੀਮ ਪੂਰੀ ਹੋਈ ਸੀ, ਜੋ ਕਿ ਮਹਿਜ਼ 25 ਘੰਟਿਆਂ ਦੇ ਵਿੱਚ ਹੀ ਪੂਰੀ ਹੋ ਗਈ ਸੀ। ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਦੇ ਤਹਿਤ ਜੋ ਹੈਲਥ ਕੇਅਰ ਵਰਕਰ ਦੀ ਸਟ੍ਰੀਮ ਹੈ ਉਹ ਅਜੇ ਵੀ ਖੁੱਲੀ ਹੋਈ ਹੈ, ਜਿਸ ਦੇ ਵਾਸਤੇ ਅਜੇ ਅਰਜ਼ੀਆਂ ਪੂਰੀਆਂ ਨਹੀਂ ਮਿਲੀਆਂ। ਇਸ ਦੇ ਤਹਿਤ 20,000 ਦਾ ਸਪਾਟ ਰੱਖਿਆ ਗਿਆ ਹੈ, ਜਿਸ ਦੇ ਵਿੱਚੋਂ ਸਿਰਫ 2,600 ਅਰਜ਼ੀਆਂ ਹੀ ਪ੍ਰਾਪਤ ਹੋਈਆਂ ਨੇ। ਇਹਨਾਂ ਪ੍ਰੋਗਰਾਮਾਂ ਦੇ ਤਹਿਤ ਜਿਹੜੇ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਦੇ ਲਈ ਸਟ੍ਰੀਮ ਲਿਆਂਦੇ ਗਏ, ਉਸ ਦੇ ਵਿੱਚ ਬਹੁਤ ਘੱਟ ਐਪਲੀਕੇਸ਼ਨਸ ਆਈਆਂ ਨੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵਰਕਰਸ ਇਨ ਕੈਨੇਡਾ ਸਟ੍ਰੀਮ ਦੇ ਵਾਸਤੇ 20,000, ਵਰਕਰਸ ਇਨ ਕੈਨੇਡਾ ਐਸੈਂਸ਼ੀਅਲ ਨਾਨ ਹੈਲਥ ਕੇਅਰ ਵਰਕਰਸ ਦੇ ਵਾਸਤੇ 30,000, ਇੰਟਰਨੈਸ਼ਨਲ ਗ੍ਰੈਜੂਏਟਸ ਦੇ ਵਾਸਤੇ 40,000, ਵਰਕਰਸ ਇਨ ਕੈਨੇਡਾ ਫ੍ਰੈਂਚ ਸਪੀਕਿੰਗ ਹੈਲਥ ਕੇਅਰ ਵਰਕਰਸ ਦੇ ਵਾਸਤੇ ਅਨਲਿਮਿਟਡ, ਵਰਕਰਸ ਇਨ ਕੈਨੇਡਾ ਫ੍ਰੈਂਚ ਸਪੀਕਿੰਗ ਐਸੈਂਸ਼ੀਅਲ ਨਾਨ ਹੈਲਥ ਕੇਅਰ ਵਰਕਰਸ ਅਤੇ ਫ੍ਰੈਂਚ ਸਪੀਕਿੰਗ ਇੰਟਰਨੈਸ਼ਨਲ ਗ੍ਰੈਜੂਏਟ ਦੇ ਵਾਸਤੇ ਅਨਲਿਮਿਟਡ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣੀਆਂ ਨੇ।
ਦੱਸਣਯੋਗ ਹੈ ਕਿ ਜਿਵੇਂ ਹੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੇ ਵੀ TR2 PR ਐਪਲੀਕੈਂਟ ਹਨ ਉਹ ਵੀ ਓਪਨ ਵਰਕ ਪਰਮਿਟ ਦੇ ਵਾਸਤੇ ਐਲੀਜੀਬਲ ਹੋਣਗੇ। ਉਸ ਤੋਂ ਬਾਅਦ ਐਸੈਂਸ਼ੀਅਲ ਵਰਕਰ ਸਟ੍ਰੀਮ ਦੇ ਵਾਸਤੇ ਵੀ ਕਾਫੀ ਅਰਜ਼ੀਆਂ ਆਈਆਂ ਤੇ ਹੁਣ ਇਹ ਸਟ੍ਰੀਮ ਪੂਰਾ ਹੋ ਚੁੱਕਿਆ ਹੈ। ਵੈਨਕੂਵਰ ਪੁਲਿਸ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ 3 ਜਾਣਿਆਂ ਨੂੰ ਚਾਰਜ ਕੀਤਾ ਗਿਆ ਹੈ। ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 2019 ਤੋਂ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਸੀ, ਕਿਉਂਕਿ 2019 ਦੇ ਵਿੱਚ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ ਤੇ ਹੁਣ ਕਾਰਵਾਈ ਕਰਦਿਆਂ ਉਹਨਾਂ ਵੱਲੋਂ 3 ਜਾਣਿਆਂ ਨੂੰ ਚਾਰਜ ਕੀਤਾ ਗਿਆ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਸ ਸੰਬੰਧੀ ਵਿਟਨੈਸਸ ਨੇ ਉਹ ਅੱਗੇ ਆਉਣ ਤੇ ਪੁਲਿਸ ਦੀ ਮਦਦ ਕਰਨ। ਵੈਨਕੂਵਰ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ 3 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਵੈਨਕੂਵਰ ਪੁਲਿਸ ਵੱਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਇਹਨਾਂ 3 ਵਿਅਕਤੀਆਂ ਨੂੰ ਹਿਊਮਨ ਟ੍ਰੈਫਿਕਿੰਗ ਦੇ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ। ਹੁਣ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਵਿਟਨੈਸਸ ਨੂੰ ਅੱਗੇ ਆਉਣ ਦੇ ਵਾਸਤੇ ਕਿਹਾ ਗਿਆ ਹੈ। ਇਨਵੈਸਟੀਗੇਟਰਸ ਨੂੰ ਲੱਗਦਾ ਹੈ ਕਿ ਲੜਕੀਆਂ ਨੂੰ ਰਿਕਰੂਟ ਕੀਤਾ ਜਾ ਰਿਹਾ ਸੀ ਤੇ ਉਹਨਾਂ ਦੀ ਕਈ ਮਹੀਨਿਆਂ ਤੋਂ ਟ੍ਰੈਫਿਕਿੰਗ ਕੀਤੀ ਜਾ ਰਹੀ ਸੀ। ਵੈਨਕੂਵਰ ਪੁਲਿਸ ਡਿਪਾਰਟਮੈਂਟ ਦੀ ਸਪੋਕਸ ਵਿਮਨ ਕਾਂਸਟੇਬਲ ਤਾਨੀਆ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਦੀ 2019 ਦੇ ਵਿੱਚ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਵੈਨਕੂਵਰ ਪੁਲਿਸ ਕਾਊਂਟਰ ਐਕਸਪਲੋਇਟੇਸ਼ਨ ਯੂਨਿਟ ਵੱਲੋਂ ਜਾਂਚ ਆਰੰਭ ਦਿੱਤੀ ਗਈ। ਉਹਨਾਂ ਨੇ ਦੱਸਿਆ ਹੈ ਕਿ ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ 3 ਜਾਣਿਆਂ ਨੂੰ ਚਾਰਜ ਕੀਤਾ ਗਿਆ। ਹੁਣ ਪੁਲਿਸ ਵਿਭਾਗ ਦਾ ਮੰਨਣਾ ਹੈ ਕਿ ਜਿਹੜੇ ਵਿਟਨੈਸਸ ਨੇ ਉਹ ਅੱਗੇ ਆ ਕੇ ਪੁਲਿਸ ਦੀ ਮਦਦ ਕਰ ਸਕਦੇ ਨੇ ਤਾਂ ਕਿ ਇਸ ਦੇ ਬਾਰੇ ਵਿੱਚ ਉਹਨਾਂ ਨੂੰ ਹੋਰ ਵੀ ਜਾਣਕਾਰੀ ਹਾਸਲ ਹੋ ਸਕੇ। ਇਹ ਵੀ ਜਾਣਕਾਰੀ ਕਾਂਸਟੇਬਲ ਤਾਨੀਆ ਵੱਲੋਂ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਵੈਨਕੂਵਰ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਵੈਨਕੂਵਰ ਦੇ ਵਿੱਚ ਜੋ ਉਹਨਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਸੀ ਉਸ ਸੰਬੰਧੀ ਹਿਊਮਨ ਟ੍ਰੈਫਿਕਿੰਗ ਦੇ ਮਾਮਲੇ ਦੇ ਵਿੱਚ 3 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ, ਪਰ ਹੁਣ ਜਿਹੜੇ ਇਸ ਦੇ ਵਿਟਨੈਸਸ ਨੇ ਉਹ ਅੱਗੇ ਆਉਣ ਅਤੇ ਪੁਲਿਸ ਦੀ ਜਾਂਚ ਪੜਤਾਲ ਦੇ ਵਿੱਚ ਮਦਦ ਕਰਨ। ਕੈਨੇਡਾ ਦੇ ਵਿੱਚ ਮੌਜੂਦਾ ਸਮੇਂ ਕਰੋਨਾ ਵਾਇਰਸ ਦੇ ਕੀ ਹਾਲਾਤ ਨੇ, ਇਸ ਖਬਰ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ। ਕਿਸ ਸੂਬੇ ਤੋਂ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਇਹ ਵੀ ਸਾਰੀ ਜਾਣਕਾਰੀ ਤੁਹਾਨੂੰ ਇਸ ਖਬਰ ਦੇ ਵਿੱਚ ਦੇਵਾਂਗੇ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 159 ਕਰੋਨਾ ਦੇ ਮਾਮਲੇ ਸਾਹਮਣੇ ਆਏ। ਸੂਬੇ ਦੇ ਵਿੱਚ ਹੁਣ ਤੱਕ 5,47,864 ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਗ੍ਰੇ ਬਰੂਸ ਤੋਂ 34, ਵਾਟਰਲੂ ਰੀਜਨ ਤੋਂ 25, ਟੋਰਾਂਟੋ ਤੋਂ 23, ਪੀਲ ਰੀਜਨ ਤੋਂ 12 ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਬੀਤੇ 24 ਘੰਟਿਆਂ ਦੌਰਾਨ 10 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ। ਹੁਣ ਤੱਕ ਸੂਬੇ ਦੇ ਵਿੱਚ ਮੌਤਾਂ ਦਾ ਅੰਕੜਾ 9,285 ਦੇ ਉੱਪਰ ਪਹੁੰਚ ਗਿਆ। ਇਸ ਸਮੇਂ ਸੂਬੇ ਦੇ ਵਿੱਚ 60.5% ਅਡਲਟਸ ਅਜਿਹੇ ਹਨ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦੇ 2 ਸ਼ਾਟ ਲਗਾਏ ਗਏ ਤੇ ਨਾਲ ਹੀ 79.8% ਅਡਲਟਸ ਨੂੰ ਕੋਵਿਡ-19 ਵੈਕਸੀਨ ਦਾ 1 ਸ਼ਾਟ ਲਗਾਇਆ ਜਾ ਚੁੱਕਿਆ ਹੈ। ਓਨਟਾਰੀਓ ਦੇ ਵਿੱਚ 5,37,176 ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਸਮੇਂ ਐਕਟਿਵ ਕਰੋਨਾ ਦੇ ਮਾਮਲੇ ਸੂਬੇ ਦੇ ਵਿੱਚ 1,403 ਦੇ ਕਰੀਬ ਹਨ। ਜਾਣਕਾਰੀ ਦੇ ਮੁਤਾਬਕ ਹਸਪਤਾਲ ਦੇ ਵਿੱਚ 159 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ ਤੇ 158 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਤੋਂ 24 ਘੰਟਿਆਂ ਦੌਰਾਨ 83 ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 3 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਹੁਣ ਤੱਕ ਸੂਬੇ ਦੇ ਵਿੱਚ 3,76,192 ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 11,235 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 84 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 25 ਇੰਟੈਂਸਿਵ ਕੇਅਰ ਅਧੀਨ ਹਨ। ਪ੍ਰੋਵਿੰਸ ਦੇ ਵਿੱਚ 82% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 50% ਦੀ ਆਬਾਦੀ ਨੂੰ ਕੋਵਿਡ ਦੀਆਂ 2 ਡੋਜ਼ ਹਾਸਲ ਹੋ ਚੁੱਕੀਆਂ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 14.2 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। 26,487 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 13.9 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਇਮੀਗ੍ਰੇਸ਼ਨ ਮੰਤਰੀ ਦਾ ਰਿਫਿਊਜੀਆਂ ਦੇ ਲਈ ਐਲਾਨ, ਇਸ ਸਾਲ 36,000 ਨੂੰ ਦਿੱਤਾ ਜਾਵੇਗਾ ਮੌਕਾ। ਟਰੂਡੋ ਨੇ ਬਾਰਡਰ ਖੋਲ੍ਹਣ ਦੇ ਬਾਰੇ ਕੀਤਾ ਐਲਾਨ, ਹੁਣ ਅਮਰੀਕਾ ਤੋਂ ਯਾਤਰੀ ਆ ਸਕਣਗੇ ਕੈਨੇਡਾ। ਕੈਨੇਡਾ ਦੇ ਹਾਈ ਕਮਿਸ਼ਨ ਨੇ ਸਾਂਝੀ ਕੀਤੀ ਜਾਣਕਾਰੀ, ਪਾਸਪੋਰਟ ਜਮ੍ਹਾਂ ਕਰਾਉਣ ਦੇ ਬਾਰੇ ਕੀਤਾ ਟਵੀਟ। ਪੰਜਾਬੀ ਦੀ ਨਿਕਲੀ ਲਾਟਰੀ, ਮਿਲੇ $1 ਮਿਲੀਅਨ। ਟੋਰਾਂਟੋ ਦੇ ਵਿੱਚ $10 ਮਿਲੀਅਨ ਦਾ ਨਸ਼ਾ ਬਰਾਮਦ, ਪੰਜਾਬੀ ਦੀ ਪੁਲਿਸ ਕਰ ਰਹੀ ਹੈ ਭਾਲ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।